ਕਿਸੇ ਨਾਲ ਬਹਿਸ ਕਰਨ ਤੋਂ ਪਹਿਲਾਂ ਇਹ ਦੇਖੋ ਕਿ ਕਦੀ ਤੁਹਾਡੇ ਨਾਲ ਇੰਝ ਹੋਇਆ ਹੈ ਕਿ ਤੁਸੀਂ ਕਿਸੇ ਨਾਲ ਬਹਿਸ ਕਰ ਰਹੇ ਹੋ ਤੇ ਤੁਹਾਨੂੰ ਲੱਗੇ ਕਿ ਤੁਸੀਂ ਕਿਸੇ ਕੰਧ ਨਾਲ ਸਿਰ ਮਾਰ ਰਹੇ ਹੋ। ਤੁਸੀਂ ਤੱਥਾਂ ਦੀ ਲਾਈਨ ਲਗਾ ਦਿੰਦੇ ਹੋ, ਦਲੀਲਾਂ ਦੇ ਢੇਰ ਲਗਾ ਦਿੰਦੇ ਹੋ, ਪਰ ਸਾਹਮਣੇ ਵਾਲੇ ਤੇ ਕੋਈ ਅਸਰ ਹੀ ਨਹੀਂ। ਅਖੀਰ 'ਚ ਹੁੰਦਾ ਕੀ ਏ, ਗੱਲਬਾਤ ਖਤਮ, ਰਿਸ਼ਤੇ 'ਚ ਖਟਾਸ ਤੇ ਮਨ 'ਚ ਸਵਾਲ, ਗਲਤੀ ਹੋਈ ਕਿੱਥੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦਾ ਜਵਾਬ ਹੈਰਾਨ ਕਰਨ ਵਾਲਾ ਹੈ। ਗੱਲ ਸਹੀ ਜਾਂ ਗਲਤ ਦੀ ਹੈ ਹੀ ਨਹੀਂ। ਗੱਲ ਇਹ ਹੈ ਤੁਸੀਂ ਦੋਵੇਂ ਦੋ ਵੱਖ-ਵੱਖ ਸੱਚਾਈਆਂ ਵਿੱਚ ਜੀ ਰਹੇ ਹੋ। ਵਿਗਿਆਨ ਇਸ ਨੂੰ ਨਜ਼ਰੀਆ ਜਾਂ ਪਰਸੈਪਸ਼ਨ ਕਹਿੰਦੇ ਹਨ। ਜੇ ਤੁਸੀਂ ਇਸ ਰਾਜ ਨੂੰ ਸਮਝ ਗਏ ਤਾਂ ਤੁਸੀਂ ਨਾ ਸਿਰਫ ਫਾਲਤੂ ਦੀਆਂ ਬਹਿਸਾਂ ਤੋਂ ਬਚ ਜਾਓਗੇ, ਬਲਕਿ ਆਪਣੇ ਰਿਸ਼ਤਿਆਂ ਨੂੰ ਵੀ ਇੱਕ ਨਵਾਂ ਮੋੜ ਦੇ ਸਕਦੇ ਹੋ। ਇਸ ਨੂੰ ਸਮਝਣ ਲਈ ਸਾਨੂੰ ਵਿਗਿਆਨ ਦੀਆਂ ਦੋ ਗੱਲਾਂ ਸਮਝਣੀਆਂ ਪੈਣਗੀਆਂ: ਸੰਵੇਦਨਾ ਅਤੇ ਨਜ਼ਰੀਆ। ਸੈਂਸੇਸ਼ਨ ਐਂਡ ਪਰਸੈਪਸ਼ਨ। ਸੰਵੇਦਨਾ ਉਹ ਹੈ ਜਦੋਂ ਸਾਡੀਆਂ ਇੰਦਰੀਆਂ ਬਾਹਰੋਂ ਕੋਈ ਕੱਚਾ ਡੇਟਾ ਫੜਦੀਆਂ ਹਨ ਜਾਂ ਜੋ ਦੇਖਦਾ ਹੈ, ਦਿਸਦਾ ਹੈ, ਉਸ ਦੀ ਇਮੇਜ ਬਣਾਉਂਦੀਆਂ ਹਨ। ਜਿਵੇਂ ਅੱਖਾਂ 'ਤੇ ਰੌਸ਼ਨੀ ਪੈਣਾ, ਇਹ ਸਾਰਿਆਂ ਲਈ ਇੱਕੋ ਜਿਹਾ ਹੀ ਹੁੰਦਾ ਹੈ। ਜਾਂ ਸੂਰਜ ਦੀ ਰੌਸ਼ਨੀ ਆਪਾਂ ਦੇਖਦੇ ਹਾਂ ਜਾਂ ਰੰਗ ਦੇਖਦੇ ਹਾਂ, ਪਰ ਅਸਲੀ ਖੇਡ ਨਜ਼ਰੀਏ ਦੀ ਹੈ। ਨਜ਼ਰੀਆ ਉਹ ਪ੍ਰਕਿਰਿਆ ਹੈ ਜਿੱਥੇ ਤੁਹਾਡਾ ਦਿਮਾਗ ਇਸ ਕੱਚੇ ਡੇਟਾ ਨੂੰ ਚੁੱਕਦਾ ਹੈ ਅਤੇ ਆਪਣੇ ਤਰੀਕੇ ਨਾਲ ਇੱਕ ਕਹਾਣੀ ਬਣਾ ਦਿੰਦਾ ਹੈ। ਇਹ ਨਜ਼ਰੀਏ ਦੀ ਤਾਕਤ ਹੈ, ਪਰ ਸਾਡਾ ਦਿਮਾਗ ਇੰਝ ਕਰਦਾ ਹੈ। ਜਵਾਬ ਸਾਡੇ ਦਿਮਾਗ ਦੇ ਫਿਲਟਰਾਂ ਵਿੱਚ ਛੁਪਿਆ ਹੋਇਆ ਹੈ। ਤੁਹਾਡੀ ਆਪਣੀ ਸੱਚਾਈ ਦੇ ਫਿਲਟਰ। ਸਾਡਾ ਦਿਮਾਗ ਜਾਣਕਾਰੀ ਨੂੰ ਸਮਝਣ ਲਈ ਤਿੰਨ ਮੁੱਖ ਤਰੀਕੇ ਵਰਤਦਾ ਹੈ, ਜੋ ਹਰ ਕਿਸੇ ਲਈ ਵੱਖਰੇ ਵੱਖਰੇ ਹੁੰਦੇ ਹਨ। ਪਹਿਲਾ ਤਰੀਕਾ, ਤੁਹਾਡੀ ਜ਼ਿੰਦਗੀ ਦੇ ਤਜਰਬੇ ਤੁਹਾਡਾ ਦੇਖਣ ਦਾ ਤਰੀਕਾ ਬਣਾਉਂਦੇ ਹਨ। ਜੇ ਇੱਕ ਬੰਦੇ ਨੂੰ ਬਚਪਨ ਵਿੱਚ ਕੁੱਤੇ ਨੇ ਵੱਢਿਆ ਹੋਵੇ ਤਾਂ ਉਹ ਹਰ ਕੁੱਤੇ ਨੂੰ ਦੇਖ ਕੇ ਡਰੇਗਾ, ਪਰ ਜਿਸ ਨਾਲ ਅਜਿਹਾ ਨਹੀਂ ਹੋਇਆ ਉਹ ਸ਼ਾਂਤ ਰਹੇਗਾ। ਘਟਨਾ ਇੱਕੋ ਹੀ ਹੈ, ਪਰ ਤਜਰਬੇ ਦੇ ਤਰੀਕੇ ਕਾਰਨ ਨਜ਼ਰੀਆ ਬਿਲਕੁਲ ਵੱਖਰਾ ਹੈ। ਤਰੀਕਾ ਨੰਬਰ 2, ਸੱਭਿਆਚਾਰ ਤੇ ਸਮਾਜ। ਜਿਸ ਸੱਭਿਆਚਾਰ ਵਿੱਚ ਅਸੀਂ ਵੰਡੇ ਹੋਏ ਹਾਂ ਉਹ ਸਾਡੀ ਸੋਚ ਨੂੰ ਪ੍ਰੋਗਰਾਮ ਕਰਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਨਜ਼ਰ ਲੱਗਣਾ ਇੱਕ ਅਸਲੀ ਗੱਲ ਹੈ, ਜਦ ਕਿ ਪੱਛਮੀ ਦੇਸ਼ਾਂ ਵਿੱਚ ਇਸ ਦਾ ਕੋਈ ਮਤਲਬ ਨਹੀਂ। ਸੱਭਿਆਚਾਰ ਦਾ ਫਿਲਟਰ ਸਾਡੀਆਂ ਕਦਰਾਂ ਕੀਮਤਾਂ ਨੂੰ ਬਦਲ ਦਿੰਦਾ ਹੈ। ਫਿਲਟਰ ਨੰਬਰ 3, ਮਨ ਤੇ ਜਜ਼ਬਾਤਾਂ ਦੀ ਮੌਜੂਦਾ ਹਾਲਤ। ਤੁਸੀਂ ਇਸ ਵੇਲੇ ਕਿਵੇਂ ਮਹਿਸੂਸ ਕਰ ਰਹੇ ਹੋ? ਜਦੋਂ ਤੁਸੀਂ ਖੁਸ਼ੀ ਵਿੱਚ ਹੁੰਦੇ ਹੋ ਤਾਂ ਦੁਨੀਆ ਰੰਗੀਨ ਲੱਗਦੀ ਹੈ, ਪਰ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤਾਂ ਛੋਟੀ ਜਿਹੀ ਗੱਲ ਵੀ ਵੱਡੀ ਲੱਗਦੀ ਹੈ। ਤੁਹਾਡੇ ਜਜ਼ਬਾਤ ਇੱਕ ਤਾਕਤਵਰ ਫਿਲਟਰ ਹਨ ਜੋ ਸੱਚਾਈ ਨੂੰ ਦੇਖਣ ਵਿੱਚ ਮਦਦ ਕਰਦੇ ਹਨ। ਬਹਿਸ ਨੂੰ ਗੱਲਬਾਤ ਵਿੱਚ ਕਿਵੇਂ ਬਦਲੀਏ? ਇਸ ਸਮਝ ਨਾਲ ਅਸੀਂ ਬਹਿਸ ਦਾ ਤਰੀਕਾ ਬਦਲ ਸਕਦੇ ਹਾਂ। ਮਕਸਦ ਜਿੱਤਣਾ ਨਹੀਂ, ਸਮਝਣਾ ਹੋਣਾ ਚਾਹੀਦਾ ਹੈ। ਗੁਰਬਾਣੀ ਦਾ ਵਚਨ ਹੈ, ਸੇਵਾ ਸੁਰਤ ਰਹੱਸ ਗੁਣ ਗਾਵਾਂ, ਗੁਰਮੁਖ ਗਿਆਨ ਵਿਚਾਰਾ, ਖੋਜੀ ਉਪਜੇ ਬਾਦੀ ਬਿਨਸੇ, ਹੋ ਬਲ ਬਲ ਗੁਰ ਕਰਤਾਰਾ। ਹਮ ਨੀਚ ਹੁਤੇ ਹੀਣ ਮਤੀ ਝੂਠੇ, ਤੂੰ ਸ਼ਬਦ ਸਵਾਰਨ ਹਾਰਾ, ਆਤਮ ਚੀਨ ਤਹਾਂ ਤੂੰ ਤਾਰਨ, ਸੱਚ ਤਾਰੇ ਤਾਰਨ ਹਾਰਾ। ਸਤਿਗੁਰ ਜੀ ਉਪਦੇਸ਼ ਕਰਦੇ ਹਨ, ਜਿਹੜੀ ਸੁਰਤ ਸੇਵਾ ਵਿੱਚ ਲੱਗੀ ਹੁੰਦੀ ਹੈ ਤੇ ਉਹ ਜਿਹੜੇ ਗੁਣਾਂ ਦਾ ਜਿਹੜਾ ਗਿਆਨ ਮਿਲਦਾ ਹੈ ਗੁਰਬਾਣੀ ਦੇ ਉਪਦੇਸ਼ ਦੀ ਵਿਚਾਰ ਕਰਕੇ, ਤੇ ਉਹ ਜਿਹੜੇ ਗੁਣਾਂ ਦੀ ਜਾਣਕਾਰੀ ਹੈ ਉਹਨੂੰ ਗਾਉਂਦਾ ਹੈ, ਆਪਣੇ ਮਨ ਉੱਤੇ ਲਾਗੂ ਕਰਦਾ ਹੈ ਜਿਹੜਾ ਗੁਰਮੁਖ ਹੁੰਦਾ ਹੈ। ਪਰ ਜਿਹੜਾ ਮਨਮੁਖ ਹੁੰਦਾ ਹੈ, ਕਹਿੰਦੇ ਖੋਜੀ ਉਪਜੇ ਬਾਦੀ ਬਿਨਸੇ, ਜਿਹੜੇ ਖੋਜ ਕਰਦੇ ਹਨ, ਭਾਵ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦੇ ਹਨ, ਉਹਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਜਿਹੜੇ ਬਾਦੀ ਹੁੰਦੇ ਆ, ਜਿਹੜੇ ਵਿਦਵਾਨ ਹੁੰਦੇ ਹਨ, ਜਿਹੜੇ ਬਾਤ ਦਾ ਪਤੰਗੜ ਬਣਾਉਣ ਵਾਲੇ ਹੁੰਦੇ ਹਨ, ਜਿਹੜੀਆਂ ਝੂਠੀਆਂ ਕਿਤਾਬਾਂ ਪੜ੍ਹੀਆਂ ਹਨ, ਉਹਨਾਂ ਦੀ ਸਪੋਰਟ ਲੈ ਕੇ ਗੁਰਬਾਣੀ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਬਾਦੀ ਹਨ। ਕਹਿੰਦੇ ਬਾਦੀ ਜਿਹੜੇ ਵਿੰਸਦੇ ਹਨ, ਪਰ ਜਿਹੜੇ ਖੋਜੀ ਹੁੰਦੇ ਹਨ ਹਮੇਸ਼ਾ ਜਿਹੜੇ ਸੱਚ ਦੇ ਗਿਆਨ, ਜਿਹੜਾ ਆਪਣਾ ਮੂਲ ਗੁਰ ਕਰਤਾਰਾ ਹੈਗਾ, ਉਹ ਤੋਂ ਬਲਹਾਰ ਜਾਂਦੇ ਹੈਗੇ। ਜਿਹੜੇ ਗੁਰਮੁਖ ਹੁੰਦੇ ਹਨ ਉਹ ਆਪਣੇ ਆਪ ਨੂੰ ਛੋਟਾ ਸਮਝਦੇ ਹਨ,
ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ, ਕਿ ਤੂੰ ਵੱਡਾ ਹੈਗਾ ਤੇ ਮੇਰੀ ਮਤ ਤਾਂ ਥੋੜੀ ਹੈ। ਜੋ ਗੁਰਬਾਣੀ ਦਾ ਉਪਦੇਸ਼ ਹੈ ਉਹਨੂੰ ਸਰਬੋਤਮ ਮੰਨਦੇ ਹਨ, ਪਰ ਜਿਹੜੇ ਬਾਦੀ ਹੁੰਦੇ ਹਨ ਉਹ ਸੁਣੀਆਂ ਸੁਣਾਈਆਂ ਕਿਤਾਬਾਂ ਵਿੱਚ ਜੋ ਕਰਾਮਾਤਾਂ ਲਿਖੀਆਂ ਹਨ ਉਹਨਾਂ ਨੂੰ ਹੀ ਸੱਚ ਮੰਨਿਆ ਹੁੰਦਾ ਹੈ, ਉਹੀ ਧਰਮ ਮੰਨਿਆ ਹੁੰਦਾ ਹੈ ਤੇ ਉਹ ਗੁਰਬਾਣੀ ਦੇ ਉਹਦੇ ਹਿਸਾਬ ਨਾਲ ਅਰਥ ਕਰਦੇ ਹਨ ਤੇ ਉਹ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਇਹਦਾ ਨਹੀਂ, ਆ ਕਿਤਾਬ ਵਿੱਚ ਇੱਦਾਂ ਲਿਖਿਆ ਹੈ। ਪਰ ਜੇ ਆਪਾਂ ਗੁਰਬਾਣੀ ਨੂੰ ਸਹੀ ਸਮਝਣਾ ਹੈ, ਜੋ ਗੁਰਬਾਣੀ ਵਿੱਚ ਉਪਦੇਸ਼ ਹੈ ਉਹਨੂੰ ਸਰਵੋਤਮ ਮੰਨਣਾ ਚਾਹੀਦਾ ਹੈ ਤੇ ਉਹਦੇ ਅਨੁਸਾਰ ਜੇ ਕੋਈ ਕਿਤਾਬ ਕਿਸੇ ਨੇ ਲਿਖੀ ਵੀ ਹੈ ਤਾਂ ਜੇ ਝੂਠ ਹੈ ਤਾਂ ਉਹਨੂੰ ਛੱਡ ਦੇਣਾ ਹੈ ਚਾਹੀਦਾ ਹੈ, ਤਾਂ ਆਪਾਂ ਉਪਜ ਸਕਦੇ ਹਾਂ, ਆਪਣੇ ਗਿਆਨ ਵਿੱਚ ਵਾਧਾ ਹੋ ਸਕਦਾ ਹੈ। ਤੇ ਜੇ ਆਪਾਂ ਉਹਨੂੰ ਨਹੀਂ ਸੱਚ ਮੰਨਦੇ ਤਾਂ ਆਪਣੀ ਜਿਹੜੀ ਬੁੱਧੀ ਦਾ ਨੁਕਸਾਨ ਹੋਏਗਾ, ਅਗਿਆਨਤਾ ਵਧੇਗੀ। ਆਪਣੀ ਆਤਮਾ ਨੂੰ ਸਮਝਦਾ ਹੈਗਾ ਉਹਨੂੰ ਤੂੰ ਤਾਰ ਦਿੰਦਾ ਹੈ। ਸੱਚ ਤਾਰੇ ਤਾਰਨ ਹਾਰਾ, ਜਿਹੜਾ ਪਰਮੇਸ਼ਰ ਹੈ, ਹੁਕਮ ਹੈ, ਸ਼ਬਦ ਗੁਰੂ ਹੈ, ਉਹਨੂੰ ਤਾਰ ਦਿੰਦਾ ਹੈ ਜਿਹੜਾ ਆਪਣੀ ਆਤਮਾ ਨੂੰ ਚੀਨਦਾ ਹੈ, ਆਪਣੇ ਮੂਲ ਨੂੰ ਸਮਝਦਾ ਹੈ, ਆਪਣੇ ਬ੍ਰਹਮ ਨੂੰ ਸਮਝਦਾ ਹੈ। ਕਿਉਂਕਿ ਉਹਨੂੰ ਸਮਝਣ ਲਈ ਹੀ ਆਪਾਂ ਇੱਥੇ ਆਏ ਹਾਂ। ਇਸ ਕਰਕੇ ਜਿਹੜਾ ਉਹਨੂੰ ਸਮਝ ਲੈਂਦਾ ਹੈ ਉਹ ਉਪਜ ਜਾਂਦਾ ਹੈ, ਪਰ ਜਿਹੜਾ ਭਰਮ ਦੇ ਵਿੱਚ ਹੁੰਦਾ ਹੈ, ਜੋ ਆਲੇ ਦੁਆਲੇ ਸੁਣਿਆ ਸੁਣਾਇਆ ਉਹਨੂੰ ਸੱਚ ਮੰਨਦਾ ਹੈ, ਉਹ ਮੁੜ ਮੁੜ ਜਨਮਾਂ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਸ ਕਰਕੇ ਦੁਨੀਆ ਵਿੱਚ ਦੋ ਤਰ੍ਹਾਂ ਦਾ ਨਜ਼ਰੀਆ ਹੈ। ਜੇ ਕਿਸੇ ਨੇ ਗੁਰਬਾਣੀ ਦਾ ਉਪਦੇਸ਼ ਸੁਣਿਆ ਹੈ, ਮੰਨਿਆ ਹੈ, ਉਹਨੂੰ ਆਪਣੇ ਮਨ 'ਤੇ ਲਾਗੂ ਕੀਤਾ ਹੈ, ਜੋ ਜੋ ਸੋਝੀ ਮਿਲੀ ਹੈ, ਤਾਂ ਉਹਦਾ ਨਜ਼ਰੀਆ ਗੁਰਬਾਣੀ ਅਨੁਸਾਰ ਹੋਊਗਾ। ਇੱਕ ਦੂਸਰਾ ਬੰਦਾ ਜਿਹਨੇ ਸੰਸਾਰ ਤੋਂ ਜੋ ਆਲੇ ਦੁਆਲੇ ਗਿਆਨ ਮਿਲਿਆ ਉਹਨੂੰ ਸੱਚ ਮੰਨਿਆ ਹੈ, ਤਾਂ ਉਹਦਾ ਨਜ਼ਰੀਆ ਵੱਖਰਾ ਹੋਵੇਗਾ, ਕਿਉਂਕਿ ਉਹਨੂੰ ਸੱਚਾਈ ਦੀ ਜਾਣਕਾਰੀ ਨਹੀਂ ਹੈ। ਕਿਉਂਕਿ ਜੋ ਆਪਾਂ ਪੜ੍ਹਿਆ ਹੁੰਦਾ ਹੈ ਉਹਦਾ ਹੀ ਆਪਣੇ 'ਤੇ ਅਸਰ ਹੁੰਦਾ ਹੈ, ਉਹਦੇ ਵਿੱਚੋਂ ਹੀ, ਉਸ ਐਨਕ ਵਿੱਚੋਂ ਹੀ ਜਾਂ ਉਸ ਬੁੱਧੀ ਨਾਲ ਹੀ ਆਪਾਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨੋ ਕਿ ਦੂਜਾ ਨਜ਼ਰੀਆ ਵੀ ਸਹੀ ਹੋ ਸਕਦਾ ਹੈ। ਇਹ ਮੰਨੋ ਕਿ ਤੁਹਾਡੀ ਸੱਚਾਈ ਹੀ ਇਕਲੌਤੀ ਸੱਚਾਈ ਨਹੀਂ ਹੈ, ਸਾਹਮਣੇ ਵਾਲੇ ਦਾ ਨਜ਼ਰੀਆ ਉਸਦੇ ਫਿਲਟਰਾਂ ਦੇ ਹਿਸਾਬ ਨਾਲ ਉਸ ਲਈ ਉਹ ਸਹੀ ਹੈ। ਇਸ ਕਰਕੇ ਆਪਾਂ ਨੂੰ ਉਹਦੇ ਨਾਲ ਵਾਦ ਵਿਵਾਦ ਕਰਨਾ ਨਹੀਂ ਚਾਹੀਦਾ। ਜੇ ਨਹੀਂ ਮੰਨਦਾ ਤਾਂ ਨਾ ਸਹੀ, ਆਪਾਂ ਨੂੰ ਆਪਣਾ ਜਿਹੜਾ ਰਸਤਾ ਹੈਗਾ, ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ। ਆਪਣੇ ਆਪ ਜੋ ਗੁਰਬਾਣੀ ਕਹਿ ਰਹੀ ਹੈ ਉਹਦੇ ਅਨੁਸਾਰ ਉਹਨੂੰ ਆਪਣੇ 'ਤੇ ਲਾਗੂ ਕਰੋ। ਆਪਣਾ ਮਨ ਪ੍ਰਬੋਧੋ ਬੂਝੋ ਸੋਈ, ਲੋਕ ਸਮਝਾਵੋ ਸੁਣੇ ਨਾ ਕੋਈ, ਗੁਰਮੁਖੀ ਸਮਝੋ ਸਦਾ ਸੁਖ ਪਈ। ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਆਪਣੇ ਮਨ ਨੂੰ ਪ੍ਰਬੋਧ ਕਰਨਾ ਮਤਲਬ ਹੁੰਦਾ ਕਿ ਜਿਹੜੇ ਪਹਿਲੇ ਗਿਆਨ ਤੇ ਉੱਪਰ ਨਿਰਾਕਾਰ ਗਿਆਨ ਦਾ ਗਿਆਨ ਸਮਝਣਾ, ਨਿਰਾਕਾਰ ਦੀ ਸੋਝੀ ਲੈਣੀ ਤੇ ਉਹਨੂੰ ਬੁੱਝਣਾ, ਉਹਨੂੰ ਪ੍ਰਬੋਧ ਕਿਹਾ ਗਿਆ ਹੈ। ਸੱਚ ਦਾ ਗਿਆਨ ਦਿਓ, ਗੁਰਬਾਣੀ ਦਾ ਉਪਦੇਸ਼ ਸੁਣੋ, ਮੰਨੋ, ਉਸ 'ਤੇ ਲਾਗੂ ਕਰੋ ਤੇ ਉਹਨੂੰ ਬੁੱਝੋ ਕਿ ਸਤਿਗੁਰ ਜੀ ਕੀ ਕਹਿਣਾ ਚਾਹੁੰਦੇ ਹਨ। ਜੇ ਤੁਸੀਂ ਲੋਕਾਂ ਨੂੰ ਸਮਝਾਉਣ ਜਾਓਗੇ ਤਾਂ ਉਹ ਇਹਨੂੰ ਸੁਣਨਗੇ ਨਹੀਂ, ਕਿਉਂਕਿ ਉਹਨਾਂ ਦਾ ਨਜ਼ਰੀਆ ਜਾਂ ਦ੍ਰਿਸ਼ਟੀਕੋਣ ਉਹ ਵੱਖਰਾ ਹੁੰਦਾ ਹੈ, ਜਾਂ ਉਹਨਾਂ ਦੀ ਜਿਹੜੀ ਐਨਕ ਹੈ ਜਾਂ ਉਹਨਾਂ ਦੀ ਜਿਹੜੀ ਬੁੱਧੀ ਹੈ ਉਸ ਗਿਆਨ ਨੂੰ ਅਜੇ ਫੜਦੀ ਨਹੀਂ। ਇਸ ਕਰਕੇ ਉਹ ਤੇ ਵਾਦ ਵਿਵਾਦ ਕਰ ਸਕਦੇ ਹਨ। ਗੁਰਮੁਖੀ ਸਮਝੋ ਸਦਾ ਸੁਖ ਹੋਈ। ਜਿਹੜੇ ਗੁਰਮੁਖ ਹੁੰਦੇ ਹਨ ਉਹ ਗੁਰਬਾਣੀ ਦੇ ਉਪਦੇਸ਼ ਨੂੰ ਸਮਝਦੇ ਬੁੱਝਦੇ ਰਹਿੰਦੇ ਹਨ, ਇਸ ਤਰ੍ਹਾਂ ਉਹਨਾਂ ਨੂੰ ਸਦਾ ਸੁਖ ਹੁੰਦਾ। ਜੇ ਸਦਾ ਸੁਖ ਲੈਣਾ ਹੈ ਤਾਂ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਉਹਨੂੰ ਸੁਣਨਾ ਹੈ, ਉਹਨੂੰ ਮੰਨਣਾ ਹੈ, ਉਹਦੇ ਅਨੁਸਾਰ ਚੱਲਣਾ ਹੈ ਤੇ ਸਦਾ ਸੁਖ ਹੋ ਸਕਦਾ ਹੈ। ਇਸ ਕਰਕੇ ਜਿਹੜਾ ਸੰਸਾਰੀ ਨਜ਼ਰੀਆ ਹੈ ਤੇ ਭਗਤਾਂ ਦਾ ਨਜ਼ਰੀਆ, ਦੋ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਹਨ, ਵੱਖਰਾ ਵੱਖਰਾ ਪਰਮੇਸ਼ਰ ਨੂੰ ਦੇਖਣ ਦੀ ਅੱਖ ਹੈ। ਸਮਝਣ ਲਈ ਸੁਣੋ, ਜਵਾਬ ਦੇਣ ਲਈ ਨਹੀਂ, ਸਮਝਣ ਲਈ ਸੁਣੋ। ਸਵਾਲ ਪੁੱਛੋ, ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ? ਉਹਨਾਂ ਦੇ ਫਿਲਟਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਦੀ ਥਾਂ ਮੈਂ ਦੀ ਵਰਤੋਂ ਕਰੋ। ਇਹ ਕਹਿਣ ਦੀ ਬਜਾਏ ਕਿ ਤੁਸੀਂ ਗਲਤ ਹੋਏ, ਇਹ ਕਹੋ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ। ਇਸ ਨਾਲ ਗੱਲ ਹਮਲਾਵਰ ਨਹੀਂ ਹੁੰਦੀ। ਹਮਦਰਦੀ ਦਿਖਾਓ, ਖੁਦ ਨੂੰ ਦੂਜੇ ਦੀ ਥਾਂ 'ਤੇ ਰੱਖ ਕੇ ਸੋਚੋ। ਜਦੋਂ ਤੁਸੀਂ ਉਹਨਾਂ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਮਝ ਵੱਧਦੀ ਹੈ। ਹਰ ਬਹਿਸ ਦੇ ਪਿੱਛੇ ਲੜਾਈ ਅਕਸਰ ਸਹੀ ਗੱਲ ਦੀ ਨਹੀਂ, ਸਗੋਂ ਵੱਖ-ਵੱਖ ਨਜ਼ਰੀਇਆਂ ਦੀ ਹੁੰਦੀ ਹੈ। ਸਾਡਾ ਮਨ, ਸਾਡੇ ਤਜਰਬੇ, ਸੱਭਿਆਚਾਰ, ਜਜ਼ਬਾਤਾਂ ਦੇ ਫਿਲਟਰਾਂ ਰਾਹੀਂ ਇੱਕ ਵੱਖਰੀ ਕਹਾਣੀ ਬਣਾਉਂਦਾ ਹੈ। ਜਦੋਂ ਅਸੀਂ ਇਹ ਸਮਝਦੇ ਹਾਂ ਕਿ ਦੂਜਿਆਂ ਨੂੰ ਗਲਤ ਸਾਬਤ ਕਰਨ ਦੀ ਜਿੱਦ ਖਤਮ ਹੋ ਜਾਂਦੀ ਹੈ ਤਾਂ ਸਮਝਣ ਦੀ ਇੱਛਾ ਪੈਦਾ ਹੁੰਦੀ ਹੈ। ਯਾਦ ਰੱਖੋ, ਅਸਲ ਗੱਲਬਾਤ ਉਦੋਂ ਹੁੰਦੀ ਹੈ ਜਦੋਂ ਇਨਸਾਨ ਮਹਿਸੂਸ ਕਰਦਾ ਹੈ ਉਸ ਨੂੰ ਸੁਣਿਆ ਤੇ ਸਮਝਿਆ ਗਿਆ ਹੈ। ਨਜ਼ਰੀਆ ਬਦਲਣਾ ਚਾਹੁੰਦੇ ਹੋ? ਜਿਹੜਾ ਸੰਸਾਰੀ ਨਜ਼ਰੀਏ ਤੋਂ ਗੁਰਬਾਣੀ ਵਾਲਾ ਨਜ਼ਰੀਆ ਬਣ ਜਾਵੇ ਤਾਂ ਕਿਵੇਂ ਬਣ ਸਕਦਾ ਹੈ? ਇਸ ਬਾਰੇ ਗੁਰਬਾਣੀ ਦਾ ਆਪਾਂ ਨੂੰ ਉਪਦੇਸ਼ ਲੈਣਾ ਪਵੇਗਾ, ਉਹਨੂੰ ਸਮਝਣਾ ਪਵੇਗਾ, ਉਹਨੂੰ ਬੁੱਝਣਾ ਪਵੇਗਾ, ਫਿਰ ਉਹਨੂੰ ਆਪਣੇ ਮਨ 'ਤੇ ਲਾਗੂ ਕਰਨਾ ਪਵੇਗਾ। ਮਨ ਖੁਟਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ
ਖਰ ਕਾ ਪੈਖਰ ਤੋ ਛੂਟੇ ਜੋ ਉੱਪਰ ਲਾਦਾ। ਜਿਹੜਾ ਮਨ ਨੂੰ ਹੋਤਾ ਕਿਹਾ ਗਿਆ ਕਿ ਤੇਰਾ ਕੋਈ ਵਿਸ਼ਵਾਸ ਨਹੀਂ ਹੈ, ਤੂੰ ਮਹਾ ਹੰਕਾਰੀ ਹੈ, ਮਹਾ ਅਗਿਆਨੀ ਹੈ, ਮਹਾ ਮੂਰਖ ਹੈ। ਹੁਣ ਤੇਰਾ ਜਿਹੜਾ ਪੈਖਰ ਹੈਗਾ, ਜਿਹੜੀ ਇਹ ਅਗਿਆਨਤਾ ਤਾਂ ਛੁੱਟ ਸਕਦੀ ਹੈ ਜੇ ਉੱਪਰ ਆਪਾਂ ਗੁਰਬਾਣੀ ਦਾ ਉਪਦੇਸ਼ ਜਿੰਨਾ ਵੀ ਸੁਣਦੇ ਹਾਂ, ਜਿੰਨੀ ਵੀ ਸਮਝ ਆਉਂਦੀ ਹੈ, ਉਹਨੂੰ ਆਪਣੇ ਮਨ 'ਤੇ ਲਾਗੂ ਕਰਦੇ ਹਾਂ। ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ, ਸਿਮਰੇ ਨਾਹੀ ਜੋਨੀ ਦੁਖ ਨਿਰਲੱਜੇ ਭਾਂਡ। ਕਹਿੰਦੇ ਜਪ ਤਪ ਜਿਹੜਾ ਸੰਜਮ ਜੋ ਵੀ ਹੈ, ਉਹ ਸਾਰਿਆਂ ਦਾ ਤੂੰ ਖੰਡਨ ਕੀਤਾ ਹੈਗਾ ਕਿ ਭਰਮ ਦੇ ਦੁੱਖ ਡਾਂਡ ਤੂੰ, ਕਿਉਂਕਿ ਭਰਮ ਦਾ ਜਿਹੜਾ ਹੈਗਾ ਡੰਡਾ ਹੈਗਾ ਉਹ ਤੇਰੇ 'ਤੇ ਲੱਗੂਗਾ। ਕਿਉਂਕਿ ਸਿਮਰੇ ਨਾਹੀ, ਤੂੰ ਸੱਚ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਅਤੇ ਜੋਨੀਆਂ ਦੇ ਵਿੱਚ ਘੁੰਮੇਗਾ ਅਤੇ ਦੁੱਖ ਪਾਏਗਾ। ਇਸ ਤਰ੍ਹਾਂ ਤੂੰ ਕਿਉਂਕਿ ਨਿਰਲੱਜ ਹੈ, ਨਿਰਲੱਜ ਭਾਵ ਹੁਕਮ ਦੀ ਤੈਨੂੰ ਸਮਝ ਨਹੀਂ ਹੈ, ਹੁਕਮ ਦੀ ਤੈਨੂੰ ਕੋਈ ਜਾਣਕਾਰੀ ਨਹੀਂ ਹੈ, ਅਤੇ ਭਰਮ ਦੇ ਆਂਡੇ ਵਿੱਚ ਬੰਦ ਹੈਗਾ। ਅਤੇ ਹੁਣ ਜਿਹੜਾ ਭਰਮ ਦੇ ਆਂਡੇ ਵਿੱਚ ਬੰਦ ਹੋਵੇ, ਤਾਂ ਜਿਵੇਂ ਤੁਸੀਂ ਦੇਖਿਆ ਹੈ ਕਿ ਆਂਡੇ ਦੇ ਵਿੱਚ ਜਿਹੜਾ ਬੱਚਾ ਹੁੰਦਾ ਹੈ, ਉਹਨੂੰ ਨਾ ਕੁਝ ਦਿਖਦਾ ਹੁੰਦਾ, ਨਾ ਕੁਝ ਸੁਣਦਾ ਹੁੰਦਾ ਹੈ, ਪਰ ਉਹ ਆਂਡੇ ਦੇ ਵਿੱਚ ਬੰਦ ਹੈ। ਅਤੇ ਉਹ ਆਂਡੇ ਦੇ ਵਿੱਚ ਬੰਦ ਹੋਣ ਕਰਕੇ ਉਹਨੂੰ ਜੋ ਆਂਡੇ ਦੇ ਅੰਦਰ ਉਹਨੂੰ ਸਹੀ ਲੱਗਦਾ ਹੈ, ਪਰ ਜਿਹੜਾ ਉਹਨੂੰ ਬਾਹਰੋਂ ਦੇਖ ਰਿਹਾ ਉਹਨੂੰ ਪਤਾ ਹੈ ਕਿ ਇਹਦਾ ਤਾਂ ਜੇ ਇੱਕ ਆਪਣਾ ਇਹਦਾ ਕਵਰ ਹੀ ਨਹੀਂ ਟੁੱਟਿਆ ਹੈਗਾ, ਜਿੰਨਾ ਚਿਰ ਕਵਰ ਤੋਂ ਬਾਹਰ ਨਹੀਂ ਆਉਂਦਾ, ਭਰਮ ਦੇ ਆਂਡੇ ਦੇ ਛਿਲਕੇ ਤੋਂ ਬਾਹਰ ਨਹੀਂ ਆਉਂਦਾ, ਉਹਨਾਂ ਚਿਰ ਤਾਂ ਸੱਚ ਦੀ ਜਾਣਕਾਰੀ ਨਹੀਂ ਹੈਗੀ ਹੈ। ਅਤੇ ਇਸ ਕਰਕੇ ਜਦੋਂ ਆਪਾਂ ਨੇ ਅੰਦਰ ਅਗਿਆਨਤਾ ਹੁੰਦੀ ਹੈ, ਆਪਾਂ ਨੂੰ ਲੱਗਦਾ ਆਪਾਂ ਨੂੰ ਸੱਚ ਦੀ ਸਮਝ ਹੈ, ਪਰ ਜਿਹਨੂੰ ਸਮਝ ਹੁੰਦੀ ਹੈਗੀ ਆ, ਫਿਰ ਉਹਦੇ ਨਾਲ ਆਪਾਂ ਆਪਣਾ ਵਾਦ ਵਿਵਾਦ ਕਰਦੇ ਹਾਂ। ਜੇ ਵਾਦ ਵਿਵਾਦ ਛੱਡ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਹਦੇ ਨਾਲ ਵਿਚਾਰ ਕਰੀਏ, ਜਿੱਥੇ ਆਪਣੀ ਕੋਈ ਅਗਿਆਨਤਾ ਹੈ, ਜਿੱਥੇ ਆਪਾਂ ਨੂੰ ਸੱਚ ਲੱਗਦਾ ਕਿ ਇਹ ਗੱਲ ਇੱਦਾਂ ਹੈ, ਅਤੇ ਉਹਨੂੰ ਜਿਹੜਾ ਦੂਸਰੇ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹਦੇ ਵਿੱਚੋਂ ਗਿਆਨ ਮਿਲ ਸਕਦਾ ਹੈ, ਸੋਝੀ ਮਿਲ ਸਕਦੀ ਹੈ। ਭਗਤ ਕਬੀਰ ਜੀ ਦਾ ਬਚਨ ਹੈ, ਰਾਗ ਸੋਠ ਭਗਤ ਕਬੀਰ ਜੀ, ਜਾ ਕੇ ਨਿਗਮ दूध के ठाटा, समुंद बिलोवन को माटा, ताकि हो बिलोवन हारी, क्यों मेटे को शाश तिहारी। ਹੁਣ ਜਿਹੜਾ ਆਪਣਾ ਦ੍ਰਿਸ਼ਟੀਕੋਣ ਆ, ਆਪਣੀ ਜਿਹੜੀ ਅਕਲ ਹੈ, ਜਦੋਂ ਅਗਿਆਨਤਾ ਵਿੱਚ ਹੁੰਦੀ ਹੈ ਤਾਂ ਉਹਦਾ ਦ੍ਰਿਸ਼ਟੀਕੋਣ ਵੀ ਅਗਿਆਨਤਾ ਵਾਲਾ ਹੀ ਹੁੰਦਾ ਹੈ। ਅਤੇ ਜੇ ਉਹ ਦ੍ਰਿਸ਼ਟੀਕੋਣ ਨੂੰ ਬਦਲਣਾ ਹੈ ਤਾਂ ਆਪਾਂ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਸੁਣਨਾ ਹੈਗਾ, ਸਮਝਣਾ ਹੈਗਾ। ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਜਿਹਦੇ ਅੰਡਰ ਸੱਚ ਦੇ ਗਿਆਨ ਦੇ ਭੰਡਾਰ ਭਰੇ ਹੋਏ ਹਨ, ਅਤੇ ਸਮੁੰਦ ਬਿਲੋਵਨ ਕੋ ਮਾਟਾ, ਇਹ ਜਿਹੜਾ ਸਾਰਾ ਗਿਆਨ ਹੈ, ਭਾਵ ਸਾਗਰ ਸੁਖ ਸਾਗਰ ਮਾਹੇ, ਜਿਹੜਾ ਭਾਵ ਸਾਗਰ ਹੈ ਸੁਖ ਸਾਗਰ ਦੇ ਵਿੱਚ ਹੈਗਾ, ਅਤੇ ਉਹਦਾ ਜਿਹੜਾ ਐਡਾ ਵੱਡਾ ਜਿਹਨਾਂ ਦਾ ਐਡਾ ਵੱਡਾ ਗਿਆਨ ਹੈਗਾ, ਅਤੇ ਉਹਨਾਂ ਦਾ ਜਿਹੜਾ ਮਨ ਹੈਗਾ, ਉਹਦੇ ਅੰਡਰ ਹੀ ਸਾਰਾ ਕੁਛ ਹੈ। ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਰ ਉੱਪਰ ਆਕਾਸ਼। ਜਿਹੜਾ ਬ੍ਰਹਮ ਗਿਆਨੀ ਹਨ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੈ, ਜਿਹੜੇ ਸਾਬਤ ਸੂਰਤ ਦਸਤਾਰ ਸਿਰਾ ਹੈਗੇ ਆ, ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈਗੀ ਆ, ਜਿਹੜਾ ਉਹਨਾਂ ਦਾ ਮਨ ਹੈਗਾ, ਉਹਦੇ ਅੰਡਰ ਹੀ ਸਾਰਾ ਕੁਛ ਹੈ। ਉਹ ਸਾਰਿਆਂ ਦੀ ਉਹਨਾਂ ਨੂੰ ਜਾਣਕਾਰੀ ਹੈ, ਉਹਨਾਂ ਦਾ ਐਡਾ ਵੱਡਾ ਮਨ ਹੈ। ਹੁਣ ਇੱਕ ਬੂੰਦ ਹੈ ਅਤੇ ਇੱਕ ਸਾਗਰ ਹੈਗਾ। ਹੁਣ ਜਦੋਂ ਸਾਰਿਆਂ ਦੀ ਇੱਛਾ ਸ਼ਕਤੀ ਸਾਂਝੀ ਹੈ, ਇਕੱਠਵਾਚਕ ਨਾਮ ਦੇ ਤੌਰ 'ਤੇ ਵਰਤਦੇ, ਉਹਨੂੰ ਖਜ਼ਾਨਾ ਵੀ ਕਹਿੰਦੇ, ਉਹਨੂੰ ਭਾਰ ਬ੍ਰਹਮ ਵੀ ਕਹਿੰਦੇ ਹੈਗੇ, ਅਤੇ ਉਹਨੂੰ ਸੁਖ ਸਾਗਰ ਵੀ ਕਹਿੰਦੇ। ਉਹਨਾਂ ਦੇ ਅੰਡਰ ਹੈ ਸਾਰਾ ਕੁਛ, ਉਹਨਾਂ ਦਾ ਐਡਾ ਵੱਡਾ ਇਹ ਗਿਆਨ ਹੈਗਾ। ਤਾਂ ਕਿ ਹੋ ਬਿਲੋਵਨ ਹਾਰੀ, ਕਹਿੰਦੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨੂੰ ਬਿਲੋਵਣ ਦੀ ਕੋਸ਼ਿਸ਼ ਕਰੋ, ਤਾਂ ਜਿਹੜੀ ਇਹ ਛਾਸ਼ ਹੈਗੀ ਆ, ਜਿਹੜੀ ਅੰਦਰ ਅਗਿਆਨਤਾ ਹੈਗੀ, ਜਿਹੜੀ ਦੁਰਮਤ ਹੈਗੀ ਆ, ਇਹ ਮਿਟ ਸਕਦੀ ਹੈ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਹੁਣ ਜਿਹੜਾ ਹਰ ਕਾ ਬਿਲੋਵਨਾ ਹੈ, ਇਹਨੂੰ ਮਨ ਕਾ ਵਿਚਾਰਾ ਵੀ ਕਿਹਾ ਹੈਗਾ। ਜਿਹੜਾ ਸੱਚ ਦੇ ਗਿਆਨ ਨੂੰ ਬੁਲਾਉਣਾ ਹੈਗਾ, ਇਹ ਸਭ ਤੋਂ ਚੰਗਾ ਕੰਮ ਹੈਗਾ। ਇਹਦੇ ਨਾਲ ਜਿਹੜੀ ਅੰਦਰ ਅਗਿਆਨਤਾ ਹੈ ਮਿਟ ਸਕਦੀ ਹੈ। ਸਾਵਧਾਨ ਇਕਾਗਰਚੀਤ ਹੋ ਕੇ ਬੁਲਾਉਣਾ ਹੈ, ਅਤੇ ਜੇ ਬੁਲਾਵਾਂਗੇ ਸਹਿਜ ਅਵਸਥਾ ਵਿੱਚ, ਜਾਗਰਤ ਅਵਸਥਾ ਵਿੱਚ, ਆਪਣਾ ਮਨ ਚਿੱਤ ਇੱਕ ਕਰਕੇ, ਤਾਂ ਫਿਰ ਇਹਦੇ ਵਿੱਚ ਉਹ ਤੱਤ ਮਿਲੂਗਾ। ਪਰ ਜੇ ਆਪਾਂ ਇਹਨੂੰ ਇਸ ਅਵਸਥਾ ਵਿੱਚ ਨਹੀਂ ਬੁਲਾਉਂਦੇ, ਆਪਣੇ ਮਨ ਦੇ ਜਿਹੜੇ ਵਿੱਚ ਫੁਰਨੇ ਬਹੁਤ ਆ ਰਹੇ ਆ,
ਤਾਂ ਫਿਰ ਉਹ ਛਾਛ ਪੀਏ ਸੰਸਾਰ ਵਾਲੀ ਗੱਲ ਹੈ। ਫਿਰ ਤਾਂ ਲੱਸੀ ਅਰਥ ਇਹਦੇ ਵਿੱਚੋਂ ਸਮਝ ਆਉਂਦੇ ਹਨ। ਜੇ ਇਸ ਤਰ੍ਹਾਂ ਕਰਾਂਗੇ ਤਾਂ ਆਪਣੇ ਅੰਦਰ ਜਿਹੜੀ ਅਗਿਆਨਤਾ ਦੁਰਮਤ ਮਿਟ ਸਕਦੀ ਹੈ। ਇਸ ਕਰਕੇ ਜਿਹੜਾ ਸੱਚ ਦਾ ਗਿਆਨ ਹੈ, ਗੁਰਬਾਣੀ ਦਾ ਉਪਦੇਸ਼ ਹੈ, ਉਹਨੂੰ ਬੁਲਾਉਣਾ ਚਾਹੀਦਾ ਹੈ, ਉਹਨੂੰ ਸਮਝਣਾ ਚਾਹੀਦਾ ਹੈ। ਚੇਰੀ ਤੂੰ ਰਾਮ ਨ ਕਰਸੀ ਪਧਾਰਾ, ਜਗ ਜੀਵਨ ਪ੍ਰਾਣ ਉਧਾਰਾ ਰਹਾਓ। ਜਿਹੜਾ ਤੇਰੇ ਪ੍ਰਾਣਾਂ ਦਾ ਆਧਾਰ ਹੈਗਾ, ਰਾਮ ਹੈਗਾ, ਉਹਨੂੰ ਤੂੰ ਆਪਣਾ ਪਧਾਰ, ਆਪਣਾ ਪਤੀ ਕਿਉਂ ਨਹੀਂ ਮੰਨਦੀ? ਕਿਉਂਕਿ ਅਗਿਆਨਤਾ ਵਿੱਚ ਆਪਾਂ ਨੂੰ ਆਪਣਾ ਗਿਆਨ ਨਹੀਂ ਹੈਗਾ, ਆਪਣੇ ਆਪ ਨੂੰ ਨਹੀਂ ਸਮਝਦੇ। ਆਪਣਾ ਜਿਹੜਾ ਮਨਮੁਖ ਦੇਹੀ ਭਰਮ ਪਧਾਰੋ, ਦੁਰਮਤ ਮਰੇ ਨਿਤ ਹੋਏ ਖੁਆਰੋ। ਕਾਮ ਕ੍ਰੋਧ ਮਨ ਦੂਜੇ ਲਾਇਆ, ਸੁਪਨੇ ਸੁਖ ਨ ਤਾਹਾ ਹੈ। ਜਿਹੜਾ ਮਨਮੁਖ ਹੁੰਦਾ, ਉਹਦੀ ਜਿਹੜੀ ਦੇਹੀ ਹੈ, ਉਹਦਾ ਜਿਹੜਾ ਰੱਥ ਨੂੰ ਚਲਾਉਣ ਵਾਲਾ ਹੈਗਾ ਜਾਂ ਉਹਦੀ ਬੁੱਧੀ ਨੂੰ ਚਲਾਉਣ ਵਾਲਾ ਹੈਗਾ, ਜਿਹੜਾ ਉਹਦਾ ਪਧਾਰੋ ਭਰਮ ਅਗਿਆਨਤਾ ਹੈ, ਇਲੂਜ਼ਨ ਹੈ। ਇਸ ਕਰਕੇ ਦੁਰਮਤ ਵਿੱਚ ਮਰਦਾ ਹੈ ਅਤੇ ਨਿਤ ਨਿਤ ਖੁਆਰ ਹੁੰਦਾ ਹੈ। ਕਿਉਂਕਿ ਕਾਮ ਕ੍ਰੋਧ ਮਨ ਦੂਜੇ ਲਾਇਆ, ਉਹਨੇ ਜਿਹੜਾ ਮਨ ਮਾਇਆ ਦੀਆਂ ਛਾਵਾਂ ਵਿੱਚ ਲਾਇਆ ਹੁੰਦਾ, ਇਸ ਕਰਕੇ ਉਹਦੇ ਮਨ ਵਿੱਚ ਕਾਮ ਵੀ ਹੁੰਦਾ, ਕ੍ਰੋਧ ਵੀ ਹੁੰਦਾ ਹੈ। ਸੁਪਨੇ ਸੁਖ ਨਾ ਤਾਹਾ ਹੈ, ਸੁਪਨੇ ਦੇ ਵਿੱਚ ਹੁੰਦਾ, ਇਸ ਕਰਕੇ ਸੁਪਨੇ ਵਿੱਚ ਉਹਨੂੰ ਸੁੱਖ ਨਹੀਂ ਮਿਲ ਸਕਦਾ, ਕਿਉਂਕਿ ਇਹ ਸੰਸਾਰ ਸੁਪਨਾ ਹੈ, ਪਰ ਉਹਨੇ ਸੱਚ ਮੰਨਿਆ ਹੁੰਦਾ ਹੈ। ਕੰਚਨ ਦੇਹੀ ਸ਼ਬਦ ਪਧਾਰੋ, ਆਂਦਨ ਭੋਗ ਭੋਗੇ ਹਰਸਿਓ ਪਿਆਰੋ। ਮਹਿਲਾ ਅੰਦਰ ਗੈਰ ਮਹਿਲ ਪਾਏ, ਭਾਣਾ ਬੁਝ ਸਮਾਹਾ ਹੈ। ਜਿਹੜਾ ਗੁਰਮੁਖ ਹੁੰਦਾ ਹੈ, ਉਹਦੀ ਜਿਹੜੀ ਦੇਹੀ ਸੋਨੇ ਦੀ ਦੇਹੀ ਹੁੰਦੀ ਹੈ, ਤਾਂ ਉਹਦਾ ਸ਼ਬਦ ਪਧਾਰਦਾ ਹੈ, ਉਹ ਹੁਕਮ ਅਨੁਸਾਰ ਹੀ ਹੁੰਦਾ ਹੈ। ਹੁਕਮ ਅਨੁਸਾਰੀ ਹੋਣ ਕਰਕੇ ਉਹਦੀ ਦੇਹੀ ਵਿੱਚ ਕੱਚ ਨਹੀਂ ਹੁੰਦਾ। ਕੰਚਨ ਦੇਹੀ ਦਾ ਮਤਲਬ ਉਹਦੇ ਵਿੱਚ ਕੱਚ ਨਹੀਂ ਹੁੰਦਾ, ਉਹ ਕੱਚੀਆਂ ਗੱਲਾਂ ਨਹੀਂ ਕਰਦਾ। ਕੰਚਨ ਦੇਹੀ ਸ਼ਬਦ ਪਧਾਰ, ਉਹਦਾ ਸ਼ਬਦ ਪਧਾਰ ਹੁੰਦਾ ਹੈ ਅਤੇ ਉਹ ਸੱਚ ਅਨੁਸਾਰੀ ਹੋਣ ਕਰਕੇ ਉਹਦੀ ਦੇਹੀ ਹੈ ਜਿਹੜਾ ਉਹਦਾ ਗਿਆਨ ਹੈ, ਉਹਦੇ ਵਿੱਚ ਕੱਚ ਨਹੀਂ ਹੁੰਦਾ। ਉਹ ਪੱਕੀ ਬਾਣੀ ਦੀ ਗੱਲ ਕਰਦਾ ਹੈ, ਕੱਚੀ ਬਾਣੀ ਦੀ ਗੱਲ ਨਹੀਂ ਕਰਦਾ। ਆਂਦਨ ਭੋਗ ਭੋਗੇ ਹਰਸੋ ਪਿਆਰੋ, ਉਹ ਹੁਕਮ ਦੇ ਨਾਲ ਪਿਆਰ ਰੱਖਦਾ ਹੈ। ਪਹਿਲਾਂ ਤਾਂ ਆਪਾਂ ਆਪਣੇ ਮੂਲ ਨਾਲ ਪਿਆਰ ਕਰਨਾ ਹੈ, ਮੂਲ ਅੱਗੇ ਹੁਕਮ ਨਾਲ ਜੁੜਿਆ ਹੈ। ਜਿਹੜਾ ਇੱਕ ਹੋ ਜਾਂਦਾ ਹੈ, ਉਹਦਾ ਫਿਰ ਅੱਗੇ ਸ਼ਬਦ ਨਾਲ ਪਿਆਰ ਹੁੰਦਾ ਹੈ, ਹੁਕਮ ਨਾਲ ਪਿਆਰ ਹੁੰਦਾ ਹੈ, ਅਤੇ ਆਨ ਦਿਨ ਸਦਾ ਹੀ ਫਿਰ ਉਹ ਸੱਚ ਦੇ ਗਿਆਨ ਦੀ ਵਿਚਾਰ ਕਰਦਾ ਰਹਿੰਦਾ। ਇਸ ਤਰ੍ਹਾਂ ਉਹ ਭੋਗ ਭੋਗਦਾ ਹੈ। ਭੋਗ ਭੋਗਣ ਦਾ ਮਤਲਬ ਕੋਈ ਸੰਸਾਰੀ ਚੀਜ਼ਾਂ ਦੀ ਨਹੀਂ ਗੱਲ। ਭੋਗ ਭੋਗੇ ਦਾ ਮਤਲਬ ਹੈਗਾ ਕਿ ਜਿਹੜਾ ਸੱਚ ਦਾ ਗਿਆਨ ਉਹਦੀ ਵਿਚਾਰ ਕਰਦਾ ਰਹਿੰਦਾ, ਉਹਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਹੈ ਉਹਨੂੰ ਆਪਣੇ ਮਨ 'ਤੇ ਲਾਗੂ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਉਹਦਾ ਆਪਣੇ ਮੂਲ ਨਾਲ ਪਿਆਰ ਹੁੰਦਾ ਹੈ। ਮਹਿਲਾਂ ਅੰਦਰ ਗੈਰ ਮਹਿਲ ਪਾਏ, ਭਾਣਾ ਬੁਝ ਸਮਾਹਾ ਹੈ। ਹੁਣ ਜਿਹੜਾ ਸੰਸਾਰੀ ਮਹਿਲ ਹੈਗਾ, ਮਨ ਮੈਂ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਮਨ ਮੈਂ ਆਪ ਮਨ ਆਪਣੇ ਮਾਏ, ਉਹ ਮਨ ਦੇ ਅੰਦਰ ਪਹਿਲਾਂ ਤਾਂ ਜਾਤ ਵਿੱਚ ਜੋਤ ਹੈਗੀ ਆ, ਅਤੇ ਜੋਤ ਦੇ ਵਿੱਚ ਫਿਰ ਉਹ ਆਪ ਹੈਗਾ। ਹੁਣ ਇਹਦੇ ਵਿੱਚੋਂ ਜਿਹੜਾ ਜਾਤ ਵਿੱਚੋਂ ਜੋਤ ਨੂੰ ਖੋਜ ਲੈਂਦਾ, ਫਿਰ ਜੋਤ ਦੇ ਅੰਦਰ ਉਹ ਅੱਗੇ ਸ਼ਬਦ ਨੂੰ ਸਮਝ ਲੈਂਦਾ ਹੈਗਾ। ਇਸ ਤਰ੍ਹਾਂ ਉਹ ਮਹਿਲਾਂ ਦੇ ਅੰਦਰ ਜਿਹੜਾ ਗੈਰ ਮਹਿਲਾਂ ਅੰਦਰੀ ਗੈਰ ਮਹਿਲ ਪਾਏ, ਭਾਣਾ ਬੁਝ ਸਮਾਹਾ ਹੈ। ਇਸ ਤਰ੍ਹਾਂ ਉਹ ਆਪਣੇ ਅੰਦਰ ਹੀ ਜਿਹੜਾ ਮਹਿਲ ਹੈਗਾ, ਭਾਣੇ ਨੂੰ ਬੁੱਝ ਕੇ ਸ਼ਬਦ ਦੇ ਨਾਲ ਸ਼ਬਦ ਗੁਰੂ ਭਵ ਸਾਗਰ ਤਰੀਏ, ਸ਼ਬਦ ਦੇ ਵਿੱਚ ਧਿਆਨ ਲਾ ਕੇ ਉਹ ਭਵ ਸਾਗਰ ਤਰ ਜਾਂਦਾ ਹੈ, ਅਤੇ ਇਸ ਗੈਰ ਮਹਿਲ ਦੇ ਵਿੱਚ ਜਿਹੜਾ ਆਪਣਾ ਅਸਲੀ ਮਹਿਲ ਲੱਭ ਲੈਂਦਾ ਹੈ। ਕਿਉਂਕਿ ਇਹ ਜਿਹੜਾ ਸੰਸਾਰੀ ਮਹਿਲ ਹੈਗਾ, ਜਾਂ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਜਿੰਨਾ ਚਿਰ ਆਪਣਾ ਭਰਮ ਦੇ ਨਾਲ ਲਿੰਕ ਹੈਗਾ ਤਾਂ ਆਪਾਂ ਜਿਹੜਾ ਗੈਰ ਮਹਿਲ ਵਿੱਚ ਹੈਗੇ ਆ। ਪਰ ਜੇ ਆਪਾਂ ਭਾਣੇ ਨੂੰ ਬੁੱਝ ਲਈਏ, ਹੁਕਮ ਨੂੰ ਬੁੱਝ ਲਈਏ, ਤਾਂ ਆਪਾਂ ਨਿਜਗਰ ਵਿੱਚ ਜਿਹੜਾ ਆਪਣਾ ਅਸਲੀ ਮਹਿਲ ਆ ਉਹਦੇ ਵਿੱਚ ਜਾ ਸਕਦੇ ਹੈਗਾ। ਇਹ ਧਿਆਨ ਦੀ ਹੀ ਗੱਲ ਹੈ, ਜਾਂ ਧਿਆਨ ਆਪਣਾ ਮਾਇਆ ਵਿੱਚ ਹੈ ਅਤੇ ਜਾਂ ਸੱਚ ਵਿੱਚ ਹੈ। ਜਿਹਦਾ ਸੱਚ ਵਿੱਚ ਹੈ ਉਹ ਸੱਚੇ ਮਹਿਲ ਵਿੱਚ ਹੈ, ਅਤੇ ਜਿਹੜਾ ਝੂਠ ਦੇ ਵਿੱਚ ਹੈ ਤਾਂ ਝੂਠੇ ਮਹਿਲ ਵਿੱਚ ਹੈਗਾ, ਗੈਰ ਮਹਿਲ ਵਿੱਚ ਹੈਗਾ। ਤੇਰੇ ਗਲੇ ਤੌਕ ਪੱਗ ਵੇਰੀ, ਤੂੰ ਘਰ ਘਰ ਰਮਈਏ ਫੇਰੀ। ਤੂੰ ਅਜੂ ਨਾ ਚੇਤਸ ਚੇਰੀ, ਤੂੰ ਜਮ ਬਪਰੇ ਹੈ ਹੇਰੀ। ਕਹਿੰਦੇ ਤੇਰੇ ਗਲੇ ਦੇ ਵਿੱਚ ਤਾਂ ਤੌਕ ਪਾਇਆ ਹੈਗਾ, ਅਤੇ ਪੈਰਾਂ ਦੇ ਵਿੱਚ ਬੇੜੀ ਹੈਗੀ ਆ, ਅਤੇ ਤੂੰ ਘਰ ਘਰ ਰਮਈਏ ਫੇਰੀ। ਜਿਹੜਾ ਬੰਦਾ ਘਰ ਘਰ ਮੰਗਦਾ ਫਿਰਦਾ ਹੈ ਆਪਣੇ ਮੂਲ ਦਾ ਵਿਰੋਧ ਕਰਕੇ, ਤਾਂ ਉਹ ਬਹੁਤ ਹੀ ਅਗਿਆਨੀ ਹੈ। ਅਤੇ ਜੇ ਤੂੰ ਅਜੇ ਵੀ ਕਹਿੰਦੇ ਉਹਨੂੰ ਛੱਡਿਆ ਹੋਇਆ, ਉਹਨੂੰ ਛੱਡ ਕੇ ਉਹਨੂੰ ਸਮਝਣਾ ਸ਼ੁਰੂ ਨਹੀਂ ਕਰਦੀ, ਤੂੰ ਜਮ ਬਪਰੇ ਹੈ ਹੇਰੀ। ਇਸ ਕਰਕੇ ਜਿਹੜਾ ਜਮ ਉਹਨੇ ਤੇਰੇ ਉੱਤੇ ਨਿਗਾਹ ਹੈ, ਅਤੇ ਇਸੇ ਕਰਕੇ ਤੇਰੇ ਗਲੇ ਦੇ ਵਿੱਚ ਜਿਹੜਾ ਪਟਾ ਪਾਇਆ ਹੈਗਾ ਅਤੇ ਪੈਰਾਂ ਦੇ ਵਿੱਚ ਬੇੜੀ ਹੈਗੀ ਆ, ਕਿਉਂਕਿ ਤੂੰ ਸੱਚ ਨੂੰ ਛੱਡ ਕੇ ਜਿਹੜਾ ਤੇਰੇ ਵਿੱਚ ਰਮਿਆ ਹੋਇਆ ਹੈ
ਉਹਨੂੰ ਛੱਡ ਕੇ ਤੂੰ ਭਰਮ ਦੇ ਪਿੱਛੇ ਲੱਗ ਕੇ ਬਾਹਰ ਲੱਭਦੀ ਫਿਰਦੀ ਹੈ। ਤੇ ਜਿੰਨਾ ਚਿਰ ਤੂੰ ਬਾਹਰ ਲੱਭਦੀ ਫਿਰੇਂਗੀ ਉਹਨਾਂ ਚਿਰ ਤੇਰਾ ਜੰਮ ਦਾ ਡੰਡਾ ਹੈਗਾ, ਜਿਹੜਾ ਜੰਮ ਹੈਗਾ, ਜਿਹੜਾ ਭਰਮ ਹੈਗਾ ਤੇਰੇ ਤੇ ਹਾਵੀ ਰਹੇਗਾ, ਤੈਨੂੰ ਦੁਖੀ ਕਰਦਾ ਰਹੇਗਾ। ਪ੍ਰਭ ਕਾਰਨ ਕਰਾਵਣ ਹਾਰੀ, ਕਿਆ ਚੇਰੀ ਹਾਥ ਵਿਚਾਰੀ, ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ। ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਜੇ ਚੇਰੀ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ, ਇਹਦਾ ਵਿਚਾਰ ਹੀ ਹੈਗੀ ਹੈ। ਪਰ ਜਿਹੜੀ ਅਸਲੀ ਪ੍ਰੋਬਲਮ ਤਾਂ ਇਹਦੇ ਮੂਲ ਵਿੱਚ ਹੀ ਹੈਗੀ ਆ, ਕਿਉਂਕਿ ਪ੍ਰਭ ਕਾਰਨ ਕਰਾਵਣ ਹਾਰੀ, ਕਿਉਂਕਿ ਕਾਰਨ ਕਰਾਉਣ ਵਾਲਾ ਤਾਂ ਉਹੀ ਹੈਗਾ। ਹੁਣ ਜਦੋਂ ਆਪਾਂ ਨੂੰ ਸਮਝ ਲੱਗਦੀ ਹੈ, ਜਦੋਂ ਕਿਸੇ ਜਗਿਆਸੂ ਨੂੰ ਸਮਝ ਲੱਗਦੀ ਹੈ ਕਿ ਜਿਹੜੀ ਸਾਰੀਆਂ ਪ੍ਰੋਬਲਮਾਂ ਹਨ ਉਹ ਮੇਰਾ ਜਿਹੜੇ ਅੰਦਰ ਮੇਰਾ ਮੂਲ ਹੈ ਉਹਦੇ ਵਿੱਚ ਹੀ ਹੈ, ਕਿਉਂਕਿ ਮੈਂ ਉਹਦਾ ਧਿਆਨ ਹੀ ਹਾਂ। ਜੇ ਉਹਦੇ ਅੰਦਰ ਕਮੀ ਹੈ ਤਾਂ ਧਿਆਨ ਵਿੱਚ ਜੋ ਕੁਛ ਉਹ ਬਾਹਰ ਕਰਦਾ ਹੈ ਧਿਆਨ ਨਾਲ, ਉਹ ਜ਼ਾਹਰ ਹੁੰਦਾ ਹੈ। ਇਸ ਕਰਕੇ ਜਦੋਂ ਅਖੀਰ ਵਿੱਚ ਬੁੱਧੀ ਉਹਨੂੰ ਸਮਝਾਉਂਦੀ ਹੈ, ਆਪਣੇ ਮੂਲ ਨਾਲ ਵਿਚਾਰ ਕਰਦੀ ਹੈ ਕਿ ਮੈਂ ਤਾਂ ਵਿਚਾਰੀ ਹਾਂ, ਕਰਨ ਕਰਾਉਣ ਵਾਲਾ ਤਾਂ ਤੂੰ ਹੀ ਸੀਗਾ, ਜੋ ਤੂੰ ਕਰਾ ਰਿਹਾ ਸੀ ਮੈਂ ਕਰ ਰਹੀ ਸੀ। ਜਦੋਂ ਜਾਗਦੀ ਹੈ, ਸੋਈ ਸੋਈ ਜਾਗੀ ਚਿੱਤ ਲਾਈ ਤਿਤ ਲਾਗੀ, ਜਦੋਂ ਸੋਈ ਬੁੱਧੀ ਜਦੋਂ ਜਾਗਦੀ ਹੈ ਫਿਰ ਉਹ ਤੋਂ ਦੱਸਦੀ ਹੈ ਕਿ ਜਿੱਤ ਲਾਈ ਤਿਤ ਲਾਗੀ, ਜਿੱਥੇ ਤੂੰ ਮੈਨੂੰ ਲਾਇਆ ਸੀ ਮੈਂ ਤਾਂ ਉੱਥੇ ਲੱਗੀ ਸੀਗੀ, ਮੈਂ ਤਾਂ ਤੇਰੀ ਚੇਰੀ ਹੈਗੀ, ਮੈਂ ਤਾਂ ਤੇਰੀ ਦਾਸੀ ਹੈਗੀ। ਕਰਨ ਕਰਾਉਣ ਵਾਲਾ ਤਾਂ ਤੂੰ ਆਪ ਹੀ ਸੀਗਾ, ਜਿਹੜਾ ਅੰਦਰ ਮੂਲ ਹੈਗਾ ਅੱਗੇ ਉਹ ਹੁਕਮ ਦੇ ਨਾਲ ਜੁੜਿਆ ਹੈਗਾ। ਪਰ ਜੇ ਹੁਕਮ ਨਾਲ ਜੁੜਿਆ ਤਾਂ ਹੁਕਮ ਦੀ ਗੱਲ ਕਰੇਗੀ। ਹੁਣ ਮਾਇਆ ਨਾਲ ਜੁੜਿਆ ਸੀ ਤੇ ਜਿਹੜੀ ਬੁੱਧੀ ਉਹਨੂੰ ਮਾਇਆ ਵਿੱਚ ਲਾਈ ਸੀ ਤੇ ਇਸ ਕਰਕੇ ਸੁੱਤੀ ਪਈ ਸੀ, ਤੇ ਸੁੱਤਿਆਂ ਪਿਆਂ ਦਾ ਜਿਵੇਂ ਜੋ ਵੀ ਕਰਦੀ ਸੀ ਉਹ ਕਰਦੀ ਸੀ। ਪਰ ਜਦੋਂ ਜਾਗਦੀ ਹੈ ਫਿਰ ਉਹਨੂੰ ਕਹਿੰਦੀ ਹੈ ਕਿ ਜਿਹੜਾ ਦੋਸ਼ ਤਾਂ ਸਾਰਾ ਤੇਰਾ ਹੀ ਹੈਗਾ। ਚੇਰੀ ਤੈ ਸਮੱਤ ਕਹਾਂ ਤੇ ਪਾਈ, ਜਾ ਤੇ ਭਰਮ ਕੀ ਲੀਕ ਮਿਟਾਈ, ਸੋ ਰਸ ਕਬੀਰੇ ਜਾਣਿਆ, ਮੇਰੋ ਗੁਰ ਪ੍ਰਸਾਦੀ ਮਨ ਮਾਨਿਆ। ਭਗਤ ਕਬੀਰ ਜੀ ਕਹਿ ਰਹੇ ਹਨ ਕਿ ਚੇਰੀ ਇਹ ਜਿਹੜੀ ਸ੍ਰੇਸ਼ਟ ਮੱਤ ਆ ਤੂੰ ਕਿੱਥੋਂ ਲਈ ਹੈਗੀ ਆ, ਜਿਹਦੇ ਨਾਲ ਤੇਰੀ ਭਰਮ ਦੀ ਤੇਰੀ ਲਕੀਰ ਮਿਟ ਗਈ ਹੈਗੀ ਆ। ਤੇ ਸੋ ਰਸ ਭਗਤ ਕਬੀਰ ਜੀ ਕਹਿੰਦੇ ਨੇ ਉਹ ਰਸ ਜਿਹੜਾ ਸੀਗਾ ਉਹਨੂੰ ਅਸੀਂ ਜਾਣ ਲਿਆ ਹੈਗਾ, ਕਿਉਂਕਿ ਮੇਰੂ ਗੁਰ ਪ੍ਰਸਾਦੀ ਮਨ ਮੰਨਿਆ, ਗਿਆਨ ਦੀ ਕਿਰਪਾ ਨਾਲ ਸਾਡਾ ਮਨ ਮੰਨ ਗਿਆ ਹੈ। ਇਸ ਕਰਕੇ ਆਪਾਂ ਜਿੰਨੇ ਵੀ ਗੁਰਬਾਣੀ ਨੂੰ ਸਮਝਣਾ ਚਾਹੁੰਦੇ ਹਾਂ, ਆਪਾਂ ਉਹਨੂੰ ਗੁਰਬਾਣੀ ਦੇ ਉਦੇਸ਼ ਨੂੰ ਸੁਣ ਕੇ ਜਿੰਨੀ ਉਹ 'ਚ ਸਮਝ ਆਉਂਦੀ ਉਹ ਮਨ ਨੂੰ ਤੇ ਲਾਗੂ ਕਰਨੀ ਆ, ਲਾਗੂ ਕਰਕੇ ਉਹਦੇ ਅਨੁਸਾਰ ਚੱਲਣਾ ਹੈਗਾ। ਤੇ ਜਿਵੇਂ ਜਿਵੇਂ ਚੱਲਾਂਗੇ ਤਾਂ ਗੁਰਬਾਣੀ ਵਿੱਚ ਉਹ ਰਸ ਜਿਹੜੀ ਸੋਝੀ ਮਿਲਦੀ ਹੈਗੀ ਆ, ਤੇ ਉਹ ਰਸ ਨੂੰ ਜਾਣਨਾ ਹੈਗਾ। ਜਿਹੜਾ ਜਾਣ ਲੈਂਦਾ ਹੈ ਫਿਰ ਉਹਦਾ ਗਿਆਨ ਦੀ ਕਿਰਪਾ ਹੁੰਦੀ ਹੈ, ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਉਹਦੇ ਨਾਲ ਉਹਦਾ ਮਨ ਮੰਨ ਜਾਂਦਾ ਹੈ। ਤੇ ਇਸ ਕਰਕੇ ਆਪਾਂ ਨੂੰ ਇਹੋ ਹੀ ਗੁਰਬਾਣੀ ਦਾ ਉਪਦੇਸ਼ ਹੈ। ਜੇ ਕਿਸੇ ਨੂੰ ਗੁਰਬਾਣੀ ਪ੍ਰਤੀ ਕੋਈ ਸ਼ੰਕਾ ਹੋਵੇ ਤਾਂ ਆਪਣਾ ਕਮੈਂਟ ਛੱਡ ਸਕਦਾ ਹੈ, ਜਿਵੇਂ ਗੁਰੂ ਦਾ ਹੁਕਮ ਹੋਵੇਗਾ ਉਹਦਾ ਜਵਾਬ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।